सत श्रीकाल सारिਆਂ ਨੂੰ दिस इज़ कवल जी ਤੇ ਆਪਾਂ ਅੱਜ ਡਿਸਕਸ ਕਰ ਰਹੇ ਹਾਂ ਫਿਜ਼ਿਕਸ ਦਾ ਯੂਨਿਟ ਨੰਬਰ 8 ਐਟਮ ਐਂਡ ਨਿਊਕਲੀਆਈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਅਸੀਂ ਆਲਰੇਡੀ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਜਾਂ ਆਪਾਂ ਪੜ੍ਹ ਚੁੱਕੇ ਹਾਂ ਐਟਮਸ ਦੇ ਬਾਰੇ। व्हाट इज़ अ एटम? एटम के बारे ਸਾਨੂੰ ਦੱਸਿਆ ਗਿਆ ਸੀਗਾ इट इज़ अ स्मॉलेस्ट यूनिट पार्टिकल, एक बहुत ही छोटा ਜਿਹਾ ਪਾਰਟੀਕਲ ਹੈ, ਟੈਨੀ ਪਾਰਟੀਕਲ ਆਪਾਂ ਕਹਿ ਦਿੰਦੇ ਸੀਗੇ। ਉਸ ਤੋਂ ਬਾਅਦ ਫਿਰ ਇਹਦੇ ਤੇ ਡਾਲਟਨ ਦੀ ਐਟੋਮਿਕ ਥਿਊਰੀ ਇੱਕ ਆਈ ਜੋ ਆਪਾਂ 9th ਕਲਾਸ ਵਿੱਚ ਡਿਸਕਸ ਕੀਤੀ ਆ ਜਾਂ ਪਲੱਸ 1 ਦੇ ਵਿੱਚ ਵੀ ਫਿਜ਼ਿਕਸ ਦੇ ਵਿੱਚ ਕੈਮਿਸਟਰੀ ਦੇ ਵਿੱਚ ਤੁਸੀਂ ਜਿਹੜਾ ਇਸ ਦੇ ਬਾਰੇ ਜਿਹੜਾ ਡਿਸਕਸ ਕੀਤਾ ਹੋਇਆ। ਇਹਦੇ ਵਿੱਚ ਹੁਣ ਜਿਹੜਾ ਆਪਾਂ ਸਟਾਰਟਿੰਗ ਕਰਾਂਗੇ ਐਟਮਸ ਤੋਂ ਸਟਾਰਟ ਕਰਾਂਗੇ। ਇਹਦੇ ਦੋ ਚੀਜ਼ਾਂ ਸਾਡੇ ਕੋਲ ਆਈਆਂ ਹੋਈਆਂ, ਫਸਟ ਇਜ਼ ਦ ਐਟਮ ਐਂਡ ਅਦਰ ਇਜ਼ ਦ ਨਿਊਕਲੀਆਈ। So first of all we will discuss about the Thomson model of atoms। ਤੇ ਥੋਮਸਨ ਨੇ ਸਾਨੂੰ ਆਪਣੇ ਮਾਡਲ ਦੇ ਵਿੱਚ ਕੀ ਦੱਸਿਆ, what he observed in his model and ਥੋਮਸਨ ਦਾ ਮਾਡਲ ਹੈ ਕੀ ਐਟਮ ਦੇ ਬਾਰੇ। ਥੋਮਸਨ ਨੇ ਸਾਨੂੰ ਕੀ ਕਿਹਾ, ਥੋਮਸਨ ਕਹਿੰਦਾ atom is the sphere of positive matter with electrons in it। ਦੇਖੋ ਉਹਨੇ ਦੋ ਚੀਜ਼ਾਂ ਸਾਨੂੰ ਦੱਸ ਦਿੱਤੀਆਂ ਥੋਮਸਨ ਨੇ। what he said, ਪਹਿਲੀ ਚੀਜ਼ ਉਹਨੇ ਕਿਹਾ एक किया sphere, atom is a sphere। what Thomson said it is a sphere, एक sphere। ਜਦੋਂ ਵੀ sphere ਦੀ ਗੱਲ ਕਰਦੇ ਆ then ਸਾਡੇ ਮਾਈਂਡ ਦੇ ਵਿੱਚ ਕਿਹੜੀ ਚੀਜ਼ ਆ ਜਾਂਦੀ ਹੈ, ਸਾਡੇ ਮਾਈਂਡ ਦੇ ਵਿੱਚ ਆਉਂਦਾ ਵਾ ਕਿ ਇੱਕ ਬਾਲ ਦੀ ਤਰ੍ਹਾਂ ਹੋਏਗਾ। ਬਾਲ ਇਟਸ ਲਾਈਕ ਅ sphere। ਉਹਨੇ ਕਿਹਾ ਇਹ ਕੀ ਆ, ਇੱਕ ਬਾਲ ਦੀ ਤਰ੍ਹਾਂ ਹੈ, sphere ਦੀ ਤਰ੍ਹਾਂ atom। ਕਲੀਅਰ ਹੋ ਸਕਦਾ ਹੈ ਸ਼ੇਪ ਮੇਰੇ ਕੋਲ ਪੂਰੀ ਪ੍ਰੋਪਰ ਕੋਲ ਨਾ ਬਣੀ ਹੋਵੇ। then ਉਹਦੇ ਵਿੱਚ ਉਹਨੇ ਕਿਹਾ ਕਹਿੰਦਾ atom is a sphere of positive matter। ਕਹਿੰਦਾ positive matter ਦਾ matter ਮਤਲਬ ਪਦਾਰਥ, ਕਹਿੰਦਾ ਪਲੱਸ ਦੇ ਜਿਹੜੇ positive matter ਹੈ ਉਹਦਾ ਇਹ ਬਣਿਆ ਹੋਇਆ of matter with electrons in it। ਇਹਦੇ ਵਿੱਚ ਕਿਹੜੀ ਚੀਜ਼ ਆ, ਇਲੈਕਟ੍ਰੋਨਸ। ਇਹਦੇ ਵਿੱਚ ਕਿਹੜੀ ਚੀਜ਼ ਆ, ਇਲੈਕਟ੍ਰੋਨਸ। ਇਹਨੇ ਇੱਥੇ ਇੱਕ ਐਗਜ਼ਾਮਪਲ ਦਿੱਤੀ ਥੋਮਸਨ ਨੇ, ਕਹਿੰਦਾ what ਇਹ ਜਿਹੜਾ ਐਟਮ ਆ, ਐਟਮ ਕਿਹਦੇ ਵਰਗਾ, ਕਹਿੰਦਾ ਐਟਮ ਵਾਟਰਮੈਲਨ ਵਰਗਾ। ਵਾਟਰਮੈਲਨ ਮਤਲਬ ਹਦਵਾਣੇ ਦੀ ਤਰ੍ਹਾਂ ਹੈ। ਜਿਸ ਤਰੀਕੇ ਨਾਲ ਹਦਵਾਣਾ ਜਿਹੜਾ ਬਿਲਕੁਲ ਗੋਲ, ਉਹਦੇ ਵਿੱਚ ਜਿਹੜੇ ਆ ਬਲੈਕ ਕਲਰਸ ਦੇ ਸੀਡ ਹੁੰਦੇ, ਬਲੈਕ ਕਲਰ ਦੇ ਸੀਡ, ਤੇ ਜਿਹੜੇ ਇਹ ਸੀਡਸ ਆ ਬਲੈਕ, ਉਹਨੇ ਕਿਹਾ ਥੋਮਸਨ ਨੇ ਕੀ ਆਖਿਆ ਕਿ ਇਹ ਜਿਹੜੇ ਬਲੈਕ ਸੀਡਸ ਆ that are known as electrons, that are known as electrons। ਤੇ ਜਿਹੜਾ ਵੈਸਟ ਪਾਰਟ ਇਹਦਾ ਬਾਕੀ ਬਚ ਜਾਂਦਾ, ਬਾਕੀ ਕਿਹੜਾ ਪਾਰਟ ਬਚ ਜਾਂਦਾ, ਜਿਹੜਾ ਇਹ ਸਾਰਾ ਰੈੱਡ ਪਾਰਟ ਬਚ ਜਾਂਦਾ ਵਾ, ਇਹ ਸਾਰਾ ਰੈੱਡ ਪਾਰਟ ਜਿਹੜਾ ਵਾ, ਬਾਕੀ ਰੈਸਟ ਆਫ ਜਿੰਨਾ ਵੀ ਪਾਰਟ ਬਚਦਾ ਉਹਦਾ ਮੈਟਰ ਦਾ that is a positive matter, that is a positive charge। ਹੁਣ ਇੱਥੇ ਸਾਨੂੰ ਇਹ ਦੋ ਚੀਜ਼ਾਂ ਦੱਸੀਆਂ ਕਿ ਐਟਮ ਦੇ ਵਿੱਚ ਕੀ ਆ, ਇਲੈਕਟ੍ਰੋਨਸ ਐਂਡ ਰੈਸਟ ਪਾਰਟ ਕੀ ਆ, ਪ੍ਰੋਟੋਨਸ। ਰੈਸਟ ਪਾਰਟ ਕੀ ਆ, ਪ੍ਰੋਟੋਨਸ ਜਾਂ ਪੋਜ਼ਿਟਿਵ ਚਾਰਜ ਆਪਾਂ ਇੱਥੇ ਕਰ ਦਿੰਦੇ ਹਾਂ। ਅਸੀਂ ਇੱਥੇ ਕਿਹਨੂੰ ਲਿਖ ਦਿੰਦੇ ਹਾਂ, ਪੋਜ਼ਿਟਿਵ ਚਾਰਜ। ਇਹ ਸਾਨੂੰ ਥੋਮਸਨ ਨੇ ਦੱਸਿਆ। ਹੁਣ ਇੱਕ ਚੀਜ਼ ਇਹਨੇ ਅਬਜ਼ਰਵ ਕਰ ਲਿਆ ਕਿ ਇੱਕ ਸਫੀਅਰ ਦੀ ਤਰ੍ਹਾਂ ਇਹਦੇ ਵਿੱਚ ਪੋਜ਼ਿਟਿਵ ਚਾਰਜ ਵੀ ਆ ਤੇ ਇਲੈਕਟ੍ਰੋਨਸ ਵੀ ਆ, ਨੈਗੇਟਿਵ ਵੀ ਆ। ਹੁਣ ਇੱਥੇ ਇਹਨੇ ਕਿਹਾ ਕਿ ਸਫੀਅਰ ਦੀ ਤਰ੍ਹਾਂ ਇਹਦੇ ਵਿੱਚ ਜਿਹੜੇ ਬਲੈਕ ਸੀਡਸ ਜਿਹੜੇ ਹੁੰਦੇ ਆ, ਵਾਟਰਮੈਲਨ ਦੇ ਜਿਹੜੇ ਸੀਡਸ ਹੁੰਦੇ ਆ ਬਲੈਕ, ਤੇ ਵੈਸੇ ਉਹਦਾ ਜਿਹੜਾ ਗੁੱਦਾ ਜਿਹਾ ਹੁੰਦਾ ਵਾ ਉਹ ਲਾਲ ਕਲਰ ਦਾ, ਰੈੱਡ ਕਲਰ ਦਾ ਹੁੰਦਾ। ਉਹਨੇ ਕਿਹਾ ਜਿਹੜਾ ਰੈੱਡ ਗੁੱਦਾ ਜਿਹਾ ਵਾ ਉਹ ਕੀ ਆ, ਇੱਕ ਪ੍ਰੋਟੋਨਸ ਦਾ, ਜਾਂ ਉਹਨੇ ਨਾਂ ਦਿੱਤਾ ਪੋਜ਼ਿਟਿਵ ਚਾਰਜ ਦਾ, ਪੋਜ਼ਿਟਿਵ ਮੈਟਰ ਆ। ਤੇ ਜਿਹੜਾ ਕਾਲੇ ਬੀ ਜਿਹੜੇ ਹੁੰਦੇ ਆ ਉਹਨੇ ਨਾਂ ਦਿੱਤਾ ਇਹ ਕੀ ਆ, ਇਲੈਕਟ੍ਰੋਨਸ ਆ। ਫਿਰ ਇਸ ਤੇ ਇਹਨੇ ਇੱਕ ਹੋਰ ਚੀਜ਼ ਸਾਨੂੰ ਕਹੀ, ਇਹ ਕੀ ਕਹਿੰਦਾ ਨੰਬਰ ਆਫ ਪੋਜ਼ਿਟਿਵ ਚਾਰਜ are equal to number of electrons। mean to say that कि number of positive charge ਜਿਹੜੇ ਆ is equal to ਕਿਹਦੇ ਆ, number of electrons ਦੇ ਆ, number of electrons ਦੇ equal। ਇਹਦਾ ਮਤਲਬ ਆ ਜੇ ਪਲੱਸ ਸਪੋਜ਼ ਇੱਥੇ ਅਗਰ 5 ਮਾਈਨਸ ਦੇ ਆ, ਪਲਾਂਟ 5 ਪਲੱਸ ਤੇ ਆ ਤੇ 5 ਮਾਈਨਸ ਤੇ ਆ, ਤੇ ਨੈਟ ਚਾਰਜ ਕੀ ਆਊਗਾ, ਆ ਜਿਹੜਾ ਹੈਗਾ ਵਾ 5 ਦੇ ਵਿੱਚੋਂ 5 ਮਾਈਨਸ ਕਰ ਦੋ। ਅਗਰ 5 ਇਹ ਵੀ ਆ, 5 ਇਹ ਵੀ ਆ ਪਲੱਸ ਦੇ ਆ ਮਾਈਨਸ ਤੇ ਆ, ਤੇ ਦੋਵਾਂ ਦਾ ਸਮ ਕਰੋ, ਆ ਪਲੱਸ ਦੇ ਆ ਮਾਈਨਸ ਤੇ ਆ। ਇੱਥੇ ਆਪਾਂ ਲੈ ਲੈਂਦੇ ਆ 5 plus minus plus is equal to 0। mean to say that ਕਿ ਜਿਹੜਾ
ਐਟਮ ਆ ਨਾ ਉਹ ਇਲੈਕਟ੍ਰੀਕਲੀ ਕੀ ਆ ਨਿਊਟਰਲ ਆ, ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਆ ਕਿਉਂਕਿ ਇਲੈਕਟ੍ਰੀਕਲੀ ਕੀ ਆ ਨਿਊਟਰਲ ਆ। ਇਹ ਵੀ ਸਾਨੂੰ ਕਿਵੇਂ ਦੱਸਿਆ, ਥॉमसन ने दसिया कि एक किया इलेक्ट्रिकली किया न्यूट्रल है बिकॉज नंबर ऑफ पॉजिटिव आयंस आर इक्वल टू नंबर ऑफ नेगेटिव। मीन टू से दैट कि नंबर ऑफ पॉजिटिव चार्ज इज इक्वल टू नंबर ऑफ इलेक्ट्रॉन्स। वी ऑल नो दैट इलेक्ट्रॉन्स कैरी अ नेगेटिव चार्ज। ये बारे सामने जिहड़ा इन्ना ही रिसर्च जिहड़ी सीगी थॉमसन ने कीती सीगी। फिर जे इन्नी रिसर्च की उस समय इन्नी रिसर्च भी बहुत ज़्यादा सीगी। कहने का भाव कि ਇਹਦੇ ਵਿੱਚ ਕੀ ਆ ਕਹਿੰਦਾ ਕਿ ਇਹਦੇ ਬਾਰੇ ਜਿੰਨਾ ਉਹਨੇ ਦੱਸ ਦਿੱਤਾ ਸੀ ਉਹ ਕਾਫੀ ਸੀਗਾ ਜਿੰਨਾ ਉਹਨੇ ਦੱਸਿਆ। ਬਟ ਉਸ ਤੋਂ ਬਾਅਦ ਹੋਰ ਵੀ ਬੜੇ ਸਾਇੰਟਿਸਟ ਆਏ ਜਿਨ੍ਹਾਂ ਨੇ ਆਪਣੀ ਆਪਣੀ ਥਿਊਰੀਜ਼ ਜਿਹੜੀਆਂ ਵਾ ਐਟਮਸ ਦੇ ਉੱਤੇ ਦਿੱਤੀਆਂ। ਫਿਰ ਉਹਨਾਂ ਨੇ ਕੀ ਕਿਹਾ ਕਿ ਇਹਦੇ ਵਿੱਚ ਕੀ ਰਹਿ ਗਈਆਂ, ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਕਿਉਂਕਿ ਇਹਦੇ ਵਿੱਚ ਸਿਰਫ ਇਹਨੇ ਸਾਨੂੰ ਪ੍ਰੋਟੋਨ ਤੇ ਇਲੈਕਟ੍ਰੋਨਸ ਦੇ ਬਾਰੇ ਦੱਸਿਆ। ਇਹਨੇ ਕਿਸੇ ਤਰ੍ਹਾਂ ਦਾ ਕੋਈ ਨਿਊਕਲੀਅਸ ਦਾ ਜ਼ਿਕਰ ਨਹੀਂ ਕੀਤਾ, ਇਹਨੇ ਨਿਊਟਰੋਨ ਦਾ ਜ਼ਿਕਰ ਨਹੀਂ ਕੀਤਾ ਬਿਕॉज दैट इज ਆਲਸੋ ਅ ਪਾਰਟ ਆਫ ਐਟਮ। ਉਹਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਕੀਤਾ। ਫਿਰ ਇਹਦੇ ਵਿੱਚ ਕੀ ਰਹਿ ਗਈਆਂ ਉਹ ਚੀਜ਼ਾਂ, ਉਹ ਜਿਹੜੀਆਂ ਚੀਜ਼ਾਂ ਨੇ ਜ਼ਿਕਰ ਨਹੀਂ ਕੀਤਾ ਡੈਟ ਇਜ਼ ਕਾਲਡ ਲਿਮਿਟੇਸ਼ਨਸ, ਕਮੀਆਂ। ਉਹਦੇ ਵਿੱਚ ਕੀ ਰਹਿ ਗਈਆਂ, ਖਾਮੀਆਂ ਰਹਿ ਗਈਆਂ। ਇਹ ਲਿਮਿਟੇਸ਼ਨਸ ਆ। ਫਸਟ ਲਿਮਿਟੇਸ਼ਨ ਜਿਹੜੀ ਥॉमसन ਦੀ ਸੀਗੀ ਉਹ ਕੀ ਸੀਗੀ, ਥॉमसन ਦੀ ਲਿਮਿਟੇਸ਼ਨ ਕਹਿੰਦਾ ਇਟ ਕੁਡ ਨਾਟ ਐਕਸਪਲੇਨ ਦਾ origin of spectral series of hydrogen and other atoms observed experimentally। ਇਹ ਸਾਰੀ ਜਿਹੜਾ ਇੱਥੇ ਕਨਸੈਪਟ ਜਿਹੜੀ ਲਾਈਨ ਲਿਖੀ ਹੋਈ ਆ ਇਹ ਨੈਕਸਟ ਅੱਗੇ ਜਾ ਕੇ ਆਪਾਂ ਬੋਹਰ ਐਟੋਮਿਕ ਮਾਡਲ ਦੇ ਵਿੱਚ ਜਿਹੜੀ ਉਹ ਡਿਸਕਸ ਕਰਦੇ ਹਾਂ। ਮੀਨ ਟੂ ਸੇ ਦੈਟ ਕਿ ਬੋਹਰ ਐਟੋਮਿਕ ਮਾਡਲ ਨੇ ਜਿਹੜਾ ਉਹਨੇ ਬਣਾਇਆ ਉਹਦੇ ਉੱਥੇ ਕੀ ਆ ਹਾਈਡਰੋਜਨ ਦੀ ਇੱਕ ਸਪੈਕਟਰਲ ਸੀਰੀਜ਼ ਬਣਾਈ ਆ। ਸਪੈਕਟਰਲ ਸੀਰੀਜ਼ ਮਤਲਬ ਉਹਨੇ ਵੇਵਲੈਂਥਸ ਦੀ ਜਿਹੜੀ ਆ ਇੱਕ ਸੀਰੀਜ਼ ਬਣਾਈ ਆ ਵੀ ਹਾਂ ਇਸ ਆਰਬਿਟ ਦੇ ਵਿੱਚ ਇਲੈਕਟ੍ਰੋਨ ਘੁੰਮਦਾ ਪਿਆ ਵਾ, ਇਹਦੀ ਵੇਵਲੈਂਥ ਕੀ ਹੋਊਗੀ। ਸੈਕੰਡ ਆਰਬਿਟ ਦੇ ਵਿੱਚ ਇਲੈਕਟ੍ਰੋਨ ਘੁੰਮਦਾ ਪਿਆ ਵਾ, ਉਹਦੀ ਵੇਵਲੈਂਥ ਕੀ ਹੋਊਗੀ, ਜਾਂ ਫ੍ਰੀਕੁਐਂਸੀ ਜਾਂ ਵੇਵਲੈਂਥ ਦੇ ਅਕੋਰਡਿੰਗ ਜਿਹੜਾ ਇੱਕ ਸਪੈਕਟਰਮ ਚੱਲਦਾ ਵਾ ਉਹਨੂੰ ਆਪਾਂ ਕਹਿ ਦਿੰਦੇ ਕਿ ਇਹ ਸੀਰੀਜ਼ ਆ, ਵੇਵਲੈਂਥ ਦੀ ਇੱਕ ਸੀਰੀਜ਼ ਆ। ਕਿਤੇ ਵੇਵਲੈਂਥ ਵੱਧਦੀ ਜਾਂਦੀ ਹੈ। ਜਿੱਦਾਂ ਹੁਣ ਸਪੋਜ਼ ਨੰਬਰ ਦੀ ਸੀਰੀਜ਼ ਬਣਾਉਣੀ ਆ ਤੇ ਕੀ ਆ 1 2 3 4 5 6 ਅਪ ਟੂ ਸੋ ਔਨ। ਇਹ ਕੀ ਹੋਗੀ, ਇੱਕ ਸੀਰੀਜ਼। ਕਾਹਦੀ ਸੀਰੀਜ਼ ਆ, ਨੰਬਰਸ ਦੀ ਸੀਰੀਜ਼। ਇਸੇ ਤਰੀਕੇ ਨਾਲ ਉਹਨੇ ਵੇਵਲੈਂਥ ਦੀ ਇੱਕ ਸੀਰੀਜ਼ ਬਣਾਈ, ਠੀਕ ਹੈ, ਜਿਹੜਾ ਕਿ ਥॉमसन ਨੇ ਇਸ ਦੇ ਬਾਰੇ ਕੋਈ ਵੀ ਰਿਸਰਚ ਨਹੀਂ ਕੀਤੀ ਐਕਸਪੈਰੀਮੈਂਟਲੀ, ਠੀਕ ਹੈ। ਇਹ ਚੀਜ਼ ਕੀ ਰਹਿ ਗਈ ਸੀ ਕਮੀ ਕਿਉਂਕਿ ਇਹਨੇ ਸਪੈਕਟਰਲ ਸੀਰੀਜ਼ ਦੇ ਬਾਰੇ ਸਾਨੂੰ ਨਹੀਂ ਦੱਸਿਆ। ਸਪੈਕਟਰਲ ਸੀਰੀਜ਼ ਆਫ ਹਾਈਡਰੋਜਨ ਦੇ ਬਾਰੇ ਇਹਨੇ ਸਾਨੂੰ ਨਹੀਂ ਦੱਸਿਆ। then after that second ਜਿਹੜੀ ਇਹਦੀ ਲਿਮਿਟੇਸ਼ਨ ਸੀ that is it could not explain the large angle of scattering of alpha particles from thin metal foils as observed by Rutherford। ਯਾਨੀ ਕਿਸੇ ਤਰੀਕੇ ਦਾ ਜਿੱਦਾਂ ਕਿ ਨੈਕਸਟ ਆਪਾਂ ਜਿਹੜਾ ਐਕਸਪੈਰੀਮੈਂਟ ਕਰਨ ਜਾ ਰਹੇ ਹਾਂ ਜਾਂ ਆਪਾਂ ਡਿਸਕਸ ਕਰਾਂਗੇ ਨੈਕਸਟ ਐਕਸਪੈਰੀਮੈਂਟ ਉਹਦੇ ਵਿੱਚ ਰਦਰਫੋਰਡ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਉਹਨੇ ਇੱਕ 골ਡ ਫੋਇਲ ਲਈ ਸੀ। 골ਡ ਦੀ ਫੋਇਲ ਲੈ ਕੇ ਉਹਦੇ ਵਿੱਚ ਉਹਨਾਂ ਨੇ ਅਲਫਾ ਪਾਰਟੀਕਲ ਜਿਹੜੇ ਪਾਸ ਕਰਾਏ ਸੀਗੇ ਤੇ ਉਹਨੇ ਕਿਸ ਚੀਜ਼ ਦੀ ਖੋਜ ਕੀਤੀ ਸੀ। ਇਹਦੇ ਬਾਰੇ ਇਹੋ ਜਿਹਾ ਕੋਈ ਕਿਸੇ ਤਰ੍ਹਾਂ ਦਾ ਐਕਸਪੈਰੀਮੈਂਟ ਅਲਫਾ ਪਾਰਟੀਕਲਸ ਦੇ ਨਾਲ 골ਡ ਫੋਇਲ ਨੂੰ ਲੈ ਕੇ ਜਾਂ ਕਿਸੇ ਥਿਨ ਮੈਟਲ ਸ਼ੀਟ ਨੂੰ ਲੈ ਕੇ ਥॉमसन ਨੇ ਨਹੀਂ ਕੀਤਾ। ਇਹਦੇ ਵਿੱਚ ਕੀ ਰਹਿ ਗਈਆਂ, ਕਮੀਆਂ ਰਹਿ ਗਈਆਂ ਸੀ।